कबीर तास्यों प्रीत कर, जाको ठाकुर राम। पंडित राजे भूपति, आवेह कौने काम। कबीर जी कह रहे ਹਨ ਤਾਸਿਓਂ ਪ੍ਰੀਤ ਕਰ, ਉਹਦੇ ਨਾਲ ਪ੍ਰੀਤ ਕਰ। ਕਿਹਦੇ ਨਾਲ? ਜਾਕੋ ਠਾਕੁਰ ਰਾਮ, ਜਿਹਦਾ ਠਾਕੁਰ ਪਰਮਾਤਮਾ ਹੈ, ਜਿਹੜਾ ਰਮੇ ਹੋਏ ਦੇ ਨਾਲ ਰਮਿਆ ਹੋਇਆ ਹੈ। ਭਾਵ ਕਿ ਜਿਹਦੀ ਪ੍ਰੀਤ ਪਰਮਾਤਮਾ ਨਾਲ ਹੈ। ਹਮ ਤੁਮ ਸਿਓ ਜੋਰੀ, ਤੇ ਜਿਹਦੀ ਪ੍ਰੀਤ ਪਰਮਾਤਮਾ ਨਾਲ ਹੈ ਤਾਂ ਉਹਨੇ ਫਿਰ ਅਵਰ ਸੰਗ ਤੋਰੀ, ਹੋਰਨਾਂ ਨਾਲ ਤੋੜ ਦਿੱਤੀ ਹੈ। ਤੇ ਜਿਹਦੀ ਸਾਰੇ ਸੰਸਾਰ ਨਾਲੋਂ ਟੁੱਟੀ ਹੋਈ ਹੈ ਪ੍ਰੀਤ, ਤੇ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ ਪ੍ਰੀਤ। ਤੇ ਜਿਹਦੀ ਪਰਮਾਤਮਾ ਦੇ ਨਾਲ ਪ੍ਰੀਤ ਜੁੜੀ ਹੋਈ ਹੈ ਨਾ, ਉਹਦੇ ਹੀ ਲਿਵ ਪਰਮਾਤਮਾ ਦੇ ਨਾਲ ਜੁੜੀ ਹੋਵੇਗੀ। ਖਿਆਲ ਵਿੱਚ ਰੱਖਣ ਯੋਗ, ਕਿਉਂਕਿ ਜਿੱਥੇ ਪ੍ਰੀਤ ਹੈ ਉੱਥੇ ਲਿਵ ਹੈ। ਲਿਵ ਦਾ ਮਤਲਬ ਧਿਆਨ। ਤੇ ਜਿਹਦੀ ਪਰਮਾਤਮਾ ਦੇ ਨਾਲ ਲਿਵ ਜੁੜੀ ਹੋਈ ਹੈ, ਉਹਦੇ ਨਾਲ ਪ੍ਰੀਤ ਕਰ। ਤੇ ਉਹਦੇ ਨਾਲ ਪ੍ਰੀਤ ਉਹ ਹੀ ਕਰ ਸਕਦਾ ਹੈ ਜਿਹਦੀ ਸੰਸਾਰ ਦੇ ਨਾਲ ਕੋਈ ਵੀ ਹੁਣ ਚਾਹਤ ਨਹੀਂ ਰਹੇਗੀ। ਜਿਹਦੇ ਸੰਸਾਰ ਦੇ ਵਿੱਚ ਕੋਈ ਚਾਹਤ ਰਹਿ ਗਈ ਹੈ, ਉਹਦੇ ਸੰਸਾਰ ਦੇ ਵਿੱਚ ਪ੍ਰੀਤੀ ਲੱਗੇਗੀ। ਤੁਸੀਂ ਇਉਂ ਸਮਝੋ, ਜਿਵੇਂ ਕਿਸੇ ਦੀ ਧਨ ਦੀ ਚਾਹਤ ਹੈ, ਜ਼ਮੀਨ ਜਾਇਦਾਦ ਦੀ ਚਾਹਤ ਹੈ, ਤਾਂ ਧਨੀ ਦੇ ਨਾਲ ਪ੍ਰੇਮ ਕਰੇਗਾ, ਭੂਪਤੀ ਦੇ ਨਾਲ ਪ੍ਰੇਮ ਕਰੇਗਾ, ਜ਼ਮੀਂਦਾਰ ਦੇ ਨਾਲ ਪ੍ਰੇਮ ਕਰੇਗਾ, ਪ੍ਰੀਤ ਕਰੇਗਾ, ਧਨੀ ਮਾਨੀ ਦੇ ਨਾਲ। ਤੇ ਜਿਹਦੀ ਚੌਧਰ ਦੀ ਇੱਛਾ ਹੈ, ਪ੍ਰਭਤਾ ਮਾਣ ਵਡਿਆਈ, ਕੁਛ ਖੱਟਣੀ ਹੈ, ਕੋਈ ਵਾਸ਼ਨਾ ਹੈ, ਕੁਛ ਬਣਾ, ਕੁਛ ਦਿਖਾਵਾਂ ਵੀ ਮੈਂ ਕੁਛ ਹਾਂ, ਤਾਂ ਉਹਦੇ ਰਾਜਨੀਤਿਕਾਂ ਦੇ ਨਾਲ ਪ੍ਰੀਤ ਹੋ ਜਾਵੇਗੀ, ਰਾਜਿਆਂ ਦੇ ਨਾਲ ਪ੍ਰੀਤ ਹੋ ਜਾਵੇਗੀ। ਕਿਉਂਕਿ ਉਹ ਮਾਣ ਤਾਣ ਪਾਉਣਾ ਚਾਹੁੰਦਾ ਹੈ, ਇੱਜ਼ਤ ਪਾਉਣੀ ਚਾਹੁੰਦਾ ਹੈ। ਜਿਹੜਾ ਵੀ ਇੱਜ਼ਤ ਪਾਉਣੀ ਚਾਹੁੰਦਾ ਹੈ, ਉਹ ਹੀ ਰਾਜਨੀਤਿਕ ਹੋ ਜਾਵੇਗਾ, ਭਾਵੇਂ ਛੋਟੇ ਪੱਧਰ ਦਾ ਹੋਵੇ। ਤੇ ਵੈਸੇ ਲੋਕਾਂ ਦੇ ਨਾਲ ਪ੍ਰੀਤ ਹੋਵੇਗੀ। ਤੇ ਜਿਹੜੇ ਚੌਧਰ ਪਾਉਣਾ ਚਾਹੁੰਦੇ ਹਨ, ਇੱਜ਼ਤ ਪਾਉਣਾ ਚਾਹੁੰਦੇ ਹਨ, ਮਾਣ ਪਾਉਣਾ ਚਾਹੁੰਦੇ, ਉਹ ਭਾਵੇਂ ਧਾਰਮਿਕ ਹੋਣ। ਫਿਰ ਜਿਹਦੀ ਧਾਰਮਿਕ ਹੋਣ ਦੀ ਚਾਹਤ ਹੈ ਵੀ ਮੈਂ ਧਾਰਮਿਕ ਹੋ ਕੇ ਦਿਖਾਵਾਂ, ਜਾਂ ਧਰਮ ਦਾ ਗਿਆਨ ਹੋਵੇ ਮੈਨੂੰ, ਤੋ ਧਾਰਮਿਕ ਗਿਆਨ ਰੱਖਣ ਵਾਲੇ ਜਿਹੜੇ ਪੰਡਿਤ ਹਨ, ਉਹਨਾਂ ਦੇ ਨਾਲ ਪ੍ਰੀਤ ਹੋ ਜਾਵੇਗੀ। ਧਾਰਮਿਕ ਆਗੂਆਂ ਦੇ ਨਾਲ ਪ੍ਰੀਤ ਹੋ ਜਾਵੇਗੀ, ਕਿਉਂਕਿ ਉਹ ਧਾਰਮਿਕ ਵਡਿਆਈ ਵੀ ਚਾਹੁੰਦਾ ਹੈ। ਤੇ ਜਿੱਥੋਂ ਵਡਿਆਈ ਮਿਲੇਗੀ ਜਿਹੜੇ ਧਰਮ 'ਚੋਂ, ਉਸ ਧਰਮ 'ਚ ਜਾਵੇਗਾ। ਫਿਰ ਜਿਹਦੀ ਨਾ ਤਾਂ ਧਰਮ ਦੇ ਵਿੱਚ ਕੋਈ ਚਾਹਤ ਹੈ, ਧਾਰਮਿਕ ਹੋਣ ਦੀ ਕਾਂਸ਼ਾ ਹੈ, ਤੇ ਨਾ ਹੀ ਕੋਈ ਧਨ ਦੀ ਇੱਛਾ ਹੈ, ਨਾ ਪ੍ਰਭਤਾ ਦੀ ਇੱਛਾ ਹੈ, ਨਾ ਮਾਨ ਵਡਿਆਈ ਦੀ ਇੱਛਾ ਹੈ, ਸੰਸਾਰ ਦੇ ਵਿੱਚ ਕੋਈ ਵੀ ਇੱਛਾ ਨਹੀਂ ਹੈ, ਤਾਂ ਉਹਦੀ ਪ੍ਰੀਤ ਸੰਸਾਰ ਵਿੱਚ ਨਹੀਂ ਪਵੇਗੀ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਵਾਸ਼ਨਾ ਛੱਡੋ। ਜੇ ਸੁੱਖ ਦੀ ਚਾਹਤ ਹੈ, ਪਰਿਵਾਰ ਦੇ ਵਿੱਚ ਸੁੱਖ ਪਾਉਣਾ ਹੈ, ਤੇ ਫਿਰ ਬੱਚਿਆਂ ਦੇ ਨਾਲ ਪ੍ਰੀਤ ਹੋ ਜਾਵੇਗੀ, ਤੇ ਬੱਚੇ ਬੁਢੇਪੇ ਦੇ ਵਿੱਚ ਮੈਨੂੰ ਸੁੱਖ ਦੇਣਗੇ। ਜੋ ਵੀ ਚਾਹਤ ਹੋਵੇਗੀ ਵੈਸੇ ਹੀ ਪ੍ਰੀਤ ਹੋਵੇਗੀ। ਤੇ ਜਿਹਦੀ ਕੋਈ ਵੀ ਚਾਹਤ ਨਹੀਂ ਹੈ ਸੰਸਾਰ ਦੇ ਵਿੱਚ, ਉਹਦੀ ਫਿਰ ਸੰਸਾਰ ਦੇ ਨਾਲ ਪ੍ਰੀਤੀ ਨਹੀਂ ਹੋਵੇਗੀ। ਫਿਰ ਉਹਦੀ ਹੋਵੇਗੀ ਪ੍ਰੀਤੀ ਪ੍ਰਭੂ ਪਿਆਰਿਆਂ ਦੇ ਨਾਲ, ਕਿਉਂਕਿ ਉਹਨਾਂ ਦੀ ਚਾਹਤ ਸੰਸਾਰ ਦੀ ਨਹੀਂ ਹੈ। ਉਹ ਸੰਸਾਰ ਦੀਆਂ ਚਾਹਤਾਂ ਛੱਡਣ ਵਾਸਤੇ ਕਹਿੰਦੇ ਆ। ਤੇ ਜਿਹੜਾ ਛੱਡ ਰਿਹਾ ਹੈ ਤਾਂ ਉਹਦੀ ਪ੍ਰੀਤੀ ਉਹਦੇ ਵੱਲ ਨਹੀਂ ਹੋਵੇਗੀ ਨਾ,
ਜਿਹੜਾ ਛਡਾ ਰਿਹਾ ਹੈ। ਫਿਰ ਇਹ ਪ੍ਰਭੂ ਪਿਆਰਿਆਂ ਦੇ ਨਾਲ ਜਿਹੜੀ ਪ੍ਰੀਤੀ ਹੈ ਨਾ, ਇਹ ਟਿਕਦੀ ਬਹੁਤ ਕਠਿਨ ਹੈ। ਪਹਿਲੀ ਗੱਲ ਤਾਂ ਹੁੰਦੀ ਬਹੁਤ ਕਠਿਨ ਹੈ, ਕਿਉਂਕਿ ਮਨ ਤੋਂ ਉਲਟ ਹੈ। ਮਨ ਦੇ ਅਨੁਕੂਲ ਹੋਵੇ ਜਿੱਥੇ ਗੱਲ, ਉੱਥੇ ਜ਼ਿਆਦਾ ਸੰਭਾਵਨਾ ਹੁੰਦੀ ਹੈ ਪ੍ਰੀਤੀ ਹੋਣ ਦੀ, ਮਿੱਤਰਤਾਈ ਹੋਣ ਦੀ। ਜਿੱਥੇ ਪ੍ਰਤੀਕੂਲ ਹੋਵੇ ਉੱਥੇ ਮਿੱਤਰਤਾਈ, ਪ੍ਰੇਮ, ਪ੍ਰੀਤੀ ਹੋਣੀ ਬਹੁਤ ਕਠਿਨ ਹੈ। ਇਸੇ ਕਾਰਨ ਹੀ ਪ੍ਰਭੂ ਪਿਆਰਿਆਂ ਦੇ ਨਾਲ ਪ੍ਰੀਤੀ ਪਾਉਣੀ। ਮਿਟੇ ਹੋਇਆਂ ਦੇ ਨਾਲ ਪ੍ਰੀਤੀ ਪਾਓਗੇ ਤੇ ਮਿਟਣਾ ਵੀ ਪਵੇਗਾ ਨਾ, ਮਿਟ ਕੇ ਹੀ। ਕਿਉਂਕਿ ਜੈਸੇ ਦੇ ਨਾਲ ਪ੍ਰੀਤੀ ਪਾਓਗੇ, ਦੋਸਤੀ ਜੈਸੇ ਦੇ ਨਾਲ ਕਰੋਗੇ ਵੈਸੇ ਹੀ ਹੋਵੋਗੇ, ਅਤੇ ਜੈਸਾ ਹੋਣਾ ਚਾਹੋਗੇ ਤੁਸੀਂ ਵੈਸੇ ਦੇ ਨਾਲ ਹੀ ਪ੍ਰੀਤੀ ਪਾਓਗੇ। ਅਗਰ ਮਿਟਣਾ ਚਾਹੋਗੇ ਤਾਂ ਮਿਟੇ ਹੋਏ ਦੇ ਨਾਲ ਪ੍ਰੀਤੀ ਹੋਵੇ, ਪਰ ਉਹ ਮਿਟਾਵੇਗਾ ਅਤੇ ਮਿਟਣਾ ਬਹੁਤ ਕਠਿਨ ਹੋਵੇਗਾ, ਕਿਉਂਕਿ ਮਨ ਤੋਂ ਉਲਟ ਉਹ ਦੱਸੇਗਾ। ਇਹੋ ਇਹ ਗੱਲ ਅੱਗੇ ਸਪਸ਼ਟ ਕਰ ਰਹੇ ਹਨ ਕਬੀਰ ਜੀ। ਕਬੀਰ ਜੀ ਕਹਿ ਰਹੇ ਹਨ ਅਗਲੇ ਸ਼ਲੋਕ ਦੇ ਵਿੱਚ, ਕਬੀਰ ਪ੍ਰੀਤ ਇੱਕ ਸਿਉ ਕੀਏ, ਆਨ ਦੁਬਦਾ ਜਾਏ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਕਰੜ ਮੁੜਾਏ। ਕਹਿੰਦੇ ਹਨ ਵੀ ਸੰਸਾਰ ਦੇ ਨਾਲ ਅਗਰ ਪ੍ਰੀਤੀ ਤੁਹਾਡੀ ਟੁੱਟ ਗਈ ਹੈ ਤੇ ਕਿਸੇ ਪ੍ਰਭੂ ਪਿਆਰੇ ਦੇ ਨਾਲ ਜੁੜ ਰਹੀ ਹੈ, ਤੇ ਪ੍ਰਭੂ ਦੇ ਪਿਆਰੇ ਅਗਰ ਤੁਹਾਨੂੰ ਦੋ ਮਿਲ ਜਾਣ, ਜਾਗਰਤ ਪੁਰਸ਼, ਤੇ ਉਹਨਾਂ ਦੇ ਵਿੱਚੋਂ ਇੱਕ ਨੂੰ ਹੀ ਪ੍ਰੀਤ ਕਰਨੀ ਹੈ, ਤਾਂ ਹੀ ਤੁਹਾਡੀ ਦੁਬਦਾ ਜਾਵੇਗੀ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ, ਬਹੁਤ ਜ਼ਰੂਰੀ। ਭਾਵੇਂ ਪਰਮਾਤਮਾ ਦੇ ਪਿਆਰੇ ਜਾਗਰਤ ਪੁਰਸ਼ ਵੀ ਦੋ ਹੋਣ, ਤਾਂ ਉਹਨਾਂ ਦੋਵਾਂ ਦੇ ਨਾਲ ਪ੍ਰੀਤੀ ਕਰਕੇ ਦੁਬਦਾ ਨਹੀਂ ਜਾਵੇਗੀ, ਕਿਉਂਕਿ ਉਹਨਾਂ ਦਾ ਬਾਹਰੋਂ ਕਹਿਣਾ ਭਿੰਨ ਹੋਵੇਗਾ, ਰਹਿਣਾ ਭਿੰਨ ਹੋਵੇਗਾ, ਤਾਂ ਬਹੁਤ ਕੁਛ ਭਿੰਨਤਾ ਹੋਵੇਗੀ, ਜਿਹਦੇ ਕਾਰਨ ਮਨ ਚੱਲਦਾ ਰਹੇਗਾ ਸਾਧਕ ਦਾ, ਅਤੇ ਦੁਬਦਾ ਦੇ ਵਿੱਚ ਰਹੇਗਾ। ਫਿਰ ਮਿਟਣਾ ਇੱਕ ਕੋਈ ਹੋ ਸਕਦਾ ਹੈ, ਦੋਵਾਂ ਕੋ ਨਹੀਂ। ਅਤੇ ਕਬੀਰ ਜੀ ਇੱਥੇ ਇਹੋ ਹੀ ਕਹਿ ਰਹੇ ਹਨ ਵੀ ਪ੍ਰੀਤ ਇੱਕ ਸਿਉ ਕੀਏ, ਆਨ ਦੁਬਦਾ ਜਾਏ, ਫਿਰ ਭਾਵੇਂ ਲਾਂਬੇ ਕੇਸ ਕਰ, ਭਾਵੇਂ ਕਰੜ ਮੁੜਾਏ। ਕਹਿੰਦੇ ਹਨ ਭਾਵੇਂ ਉਹ ਲੰਬੇ ਕੇਸ ਕਰਨ ਵਾਸਤੇ ਕਹਿ ਦੇਵੇ, ਭਾਵ ਕਿ ਲੰਬੇ ਬਾਲ ਕਰਨ ਵਾਸਤੇ ਕਹਿ ਦੇਵੇ, ਅਤੇ ਭਾਵੇਂ ਉਹ ਕਹਿ ਦੇਵੇ ਵੀ ਬਿਲਕੁਲ ਹੀ ਸਾਫ਼ ਕਰ ਦੇ। ਭਾਵ ਹੈ ਕਬੀਰ ਜੀ ਦਾ ਇਹ ਵੀ ਸੰਗਤ ਇੱਕ ਦੀ ਕਰੋ, ਪ੍ਰੀਤੀ ਇੱਕ ਦੇ ਨਾਲ ਪਾਓ। ਜੋ ਜੈਸਾ ਵੀ ਕਵੇ ਵੈਸਾ ਹੀ ਸਵੀਕਾਰ ਕਰੋ, ਉਹਦੇ ਵਿੱਚ ਤਰਕ ਨਾ ਕਰੋ। ਫਿਰ ਤਰਕ ਕਰਨ ਦੀ ਬਹੁਤ ਸੰਭਾਵਨਾ ਹੁੰਦੀ ਹੈ, ਕਿਉਂਕਿ ਉਹ ਮਨ ਤੋਂ ਉਲਟ ਗੱਲ ਕਹਿੰਦਾ ਹੈ, ਤਾਂ ਹੀ ਮਨ ਮਿਟੇਗਾ ਨਾ। ਇਸੇ ਕਾਰਨ ਪ੍ਰੀਤੀ ਕਠਿਨ ਹੈ ਉਹਦੇ ਨਾਲ। ਹੁਣ ਤੁਹਾਡਾ ਮਨ ਉਹ ਕੁਛ ਕਰਨਾ ਚਾਹੁੰਦਾ ਹੈ ਜੋ ਤੁਹਾਡੇ ਮਨ ਦੇ ਅਨੁਕੂਲ ਹੈ। ਜਿਵੇਂ ਪਿੱਛੇ ਜੇ ਭੁਪਿੰਦਰ ਸਿੰਘ ਨੇ ਲਿਖਿਆ ਸੀ ਵੀ ਤੁਸੀਂ ਰਿਕਾਰਡਿੰਗ ਦੇ ਵਿੱਚ ਧਿਆਨ ਲਾਉਣ ਵਾਸਤੇ ਕਹਿ ਰਹੇ ਸੀ, ਵੀ ਕਿੱਥੇ ਧਿਆਨ ਲਾਈ। ਹੁਣ ਮਨ ਧਿਆਨ ਲਾਉਣ ਦੀ ਗੱਲ ਬਹੁਤ ਛੇਤੀ ਪਕੜਦਾ ਹੈ, ਪਰ ਮੈਂ ਬਹੁਤ ਵਾਰਾਂ ਕਿਹਾ ਹੈ ਧਿਆਨ ਛੱਡਣ ਵਾਸਤੇ, ਅਤੇ ਛੱਡਣ ਦੀ ਗੱਲ ਨਹੀਂ ਛੇਤੀ ਪਕੜਦਾ ਹੈ ਮਨ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਕੁਛ ਕਰਨਾ ਹੈ ਤੇ ਮਨ ਬਹੁਤ ਛੇਤੀ ਤਿਆਰ ਹੋ ਜਾਂਦਾ ਹੈ, ਛੱਡਣਾ ਹੈ ਤੇ ਮਨ ਨਹੀਂ ਤਿਆਰ ਹੋਵੇਗਾ। ਕੁਛ ਬਣਨਾ ਹੈ, ਕੁਛ ਹੋਣਾ ਹੈ, ਅਤੇ ਲੋਕ ਕੁਛ ਬਣਨ ਵਾਸਤੇ, ਹੋਣ ਵਾਸਤੇ ਹੀ ਧਿਆਨ ਕਰਦੇ ਹਨ, ਵੀ ਧਿਆਨ ਕਰ ਕਰਕੇ ਮੈਂ ਕੁਛ ਬਣ ਜੂੰਗਾ, ਕੁਛ ਹੋ ਜੂੰਗਾ, ਕਰ ਕਰਕੇ।
ਇੱਦਾਂ ਹੀ ਸਾਧਕ ਹਨ। ਜਿਵੇਂ ਪਿੱਛੇ ਜਿਹੇ ਨੌਜਵਾਨ ਆ ਗਿਆ ਹੈ ਸੰਤ ਮਹਾਤਮਾ ਬਣਨ ਵਾਸਤੇ ਆਇਆ ਸੀ। ਉਹਨੂੰ ਕੀ ਪਤਾ ਹੈ ਵੀ ਇੱਥੇ ਮਿਟਣਾ ਪੈਣਾ, ਅਤੇ ਮਿਟਣ ਵਾਸਤੇ ਕੋਈ ਨਹੀਂ ਆਉਂਦਾ ਹੈ। ਨਾ ਹੀ ਮਨ ਮਿਟਣ ਦੀਆਂ ਗੱਲਾਂ ਸੁਣਨਾ ਚਾਹੁੰਦਾ ਹੈ, ਕਿਉਂਕਿ ਮਨ ਤੋਂ ਉਲਟ ਹੈ ਨਾ। ਜਿਵੇਂ ਕੋਈ ਸਰੀਰ ਕਰਕੇ ਜੀਣਾ ਚਾਹੁੰਦਾ ਹੋਵੇ ਅਤੇ ਜਿਹਦੇ ਕੋਲ ਤੁਸੀਂ ਜਾਓ ਉਹ ਮਰਨ ਦੀਆਂ ਗੱਲਾਂ ਕਰੇ, ਅਤੇ ਆਦਮੀ ਨੱਠ ਖੜਾ ਹੋਵੇਗਾ ਵੀ ਮੈਂ ਅਸੀਂ ਜੀਵਨ ਵਾਸਤੇ ਪੁੱਛ ਰਿਹਾ ਹਾਂ ਕਿਵੇਂ ਜੀਏ ਚੰਗੀ ਤਰ੍ਹਾਂ, ਹੋਰ ਮਜ਼ੇ ਨਾ, ਅਤੇ ਤੁਸੀਂ ਮਰਨ ਦੀਆਂ ਗੱਲਾਂ ਕਰ ਰਹੇ ਹੋ। ਇੱਦਾਂ ਹੀ ਮਨ ਹੈ। ਮਨ ਚਾਹੁੰਦਾ ਹੈ ਸੰਸਾਰ ਦੇ ਵਿੱਚ ਚੰਗੀ ਤਰ੍ਹਾਂ ਜੀਣਾ, ਧਾਰਮਿਕ ਹੋ ਕੇ। ਫਿਰ ਕਿਹਾ ਜਾਂਦਾ ਹੈ ਵੀ ਨਾਮ ਜਪਣ ਵਾਲਿਆਂ ਨੂੰ ਬੜੇ ਸੁੱਖ ਮਿਲਦੇ ਹਨ, ਅਤੇ ਇਸ ਕਰਕੇ ਆਦਮੀ ਨਾਮ ਜਪਦਾ ਹੈ। ਪਾਠ ਕਰਨ ਵਾਲਿਆਂ ਨੂੰ ਬੜੇ ਸੁੱਖ ਮਿਲਦੇ ਹਨ, ਪਾਠ ਕਰਦਾ ਹੈ ਸੁੱਖਾਂ ਵਾਸਤੇ, ਸੁਖਪੂਰਵਕ ਜੀਣ ਵਾਸਤੇ। ਭਾਵ ਕਿ ਮਨ ਜੋ ਚਾਹੁੰਦਾ ਹੈ ਵੈਸਾ ਕਰਦਾ ਹੈ ਨਾ। ਅਤੇ ਮਨ ਜੋ ਚਾਹੁੰਦਾ ਹੈ ਤੁਹਾਡਾ, ਉਸ ਤੋਂ ਵਿਪਰੀਤ ਉਹ ਦੱਸਦਾ ਹੈ। ਕੌਣ ਦੱਸਦਾ ਹੈ? ਜਿਹਦੇ ਨਾਲ ਤੁਸੀਂ ਪ੍ਰੀਤ ਪਾਈ ਹੈ। ਕਿਹਦੇ ਨਾਲ ਪਾਈ ਹੈ? ਜਿਹੜਾ ਮਿਟਿਆ ਹੋਇਆ ਹੈ, ਅਤੇ ਮਿਟਣ ਹੋਣ ਦੀ ਕਲਾ ਹੀ ਤੁਹਾਨੂੰ ਦੱਸੇਗਾ ਨਾ, ਮਿਟਣ ਦੀ ਕਲਾ, ਅਤੇ ਉਹ ਮਿਟਾਏਗਾ। ਇਸ ਕਰਕੇ ਉਹਦੇ ਨਾਲ ਪ੍ਰੀਤ ਪਾਉਣੀ ਬਹੁਤ ਕਠਿਨ ਹੈ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਪਰ ਸੁਖ ਸਾਰ। ਕਹਿੰਦੇ ਬਹੁਤ ਕਰੜੀ ਹੈ, ਮਹਾਂ ਕਰੜੀ, ਪਰ ਸੁਖ ਸਾਰ, ਸਾਰੇ ਸੁੱਖਾਂ ਦਾ ਸਾਰ ਵੀ ਉਹਦੇ ਵਿੱਚ, ਪਰ ਪਹਿਲੇ ਕਰੜੀ ਹੈ, ਬਹੁਤ ਕਠਿਨ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਕਠਿਨ ਇਸੇ ਕਰਕੇ ਹੀ ਹੈ ਕੋਈ ਮਿਟਾਉਂਦੇ ਹਨ, ਛਡਾਉਂਦੇ ਹਨ, ਅਤੇ ਮਨ ਮਿਟਣਾ ਚਾਹੁੰਦਾ ਨਹੀਂ ਹੈ। ਮਨ ਸੰਸਾਰ ਨੂੰ ਛੱਡਣਾ ਨਹੀਂ ਚਾਹੁੰਦਾ ਹੈ। ਦਰਅਸਲ ਸੰਸਾਰ ਦੇ ਵਿੱਚ ਹੀ ਮਨ ਬਣਦਾ ਹੈ। ਜਿੰਨਾ ਜਿੰਨਾ ਸੰਸਾਰ ਛੁੱਟਦਾ ਗਿਆ ਉਹਨਾਂ ਉਹਨਾਂ ਹੀ ਮਨ ਛੁੱਟਦਾ ਜਾਵੇਗਾ, ਉਹਨਾਂ ਉਹਨਾਂ ਹੀ ਤੁਸੀਂ ਮਿਟਦੇ ਜਾਵੋਗੇ। ਝੂਠ ਦੇ ਨਾਲ ਨਿਰਮਿਤ ਹੈ ਮਨ, ਜਗ ਰਚਨਾ ਸਭ ਝੂਠ, ਅਤੇ ਝੂਠ ਛੁੱਟ ਗਿਆ ਅਤੇ ਮਨ ਵੀ ਛੁੱਟ ਗਿਆ, ਕਿਉਂਕਿ ਝੂਠ ਦੇ ਨਾਲ ਬਣਿਆ ਹੋਇਆ। ਅਤੇ ਜਿਵੇਂ ਜਿਵੇਂ ਸੰਸਾਰ ਦੀ ਵਿਚਾਰਧਾਰਾ ਛੁੱਟੇਗੀ ਤਿਵੇਂ ਤਿਵੇਂ ਮਨ ਛੁੱਟਦਾ ਜਾਵੇਗਾ। ਅਤੇ ਤੁਹਾਡੀ ਸੰਸਾਰ ਦੇ ਵਿੱਚ ਹੀ ਹੋਂਦ ਹੈ, ਅਤੇ ਸੰਸਾਰ ਵਿੱਚੋਂ ਹੋਂਦ ਖਤਮ ਹੁੰਦੀ ਜਾਵੇਗੀ। ਤਾਂ ਹੋਂਦ ਖਤਮ ਕਰਨੀ ਨਹੀਂ ਨਾ ਚਾਹੁੰਦਾ ਹੈ ਮਨ, ਇਸ ਕਰਕੇ ਕਠਿਨ ਹੈ। ਸੰਸਾਰ ਦੇ ਵਿੱਚ ਪ੍ਰੀਤ ਕਰਨੀ ਬੜੀ ਸੁਖਾਲੀ ਹੈ, ਜਿੱਥੇ ਥੋੜ੍ਹਾ ਜਿਹਾ ਅਨੁਕੂਲਤਾ ਹੋਵੇ ਮਨ ਦੀ। ਪਰ ਪ੍ਰਤੀਕੂਲਤਾ, ਜਿਹੜਾ ਕੋਈ ਮਿਟਾ ਹੀ ਰਿਹਾ ਹੋਵੇ ਤੁਹਾਨੂੰ, ਭਾਵ ਕਿ ਮਨ ਤੋਂ ਉਲਟ ਕੰਮ ਕਰਨ ਵਾਸਤੇ ਕਹਿ ਰਿਹਾ ਹੋਵੇ, ਉੱਥੇ ਪ੍ਰੀਤ ਕਰਨੀ ਤਾਂ ਬਹੁਤ ਕਠਿਨ ਹੈ। ਇਸ ਕਰਕੇ ਇਹ ਅਸੰਭਵ ਪ੍ਰੀਤ ਹੈ, ਪ੍ਰੇਮ ਹੈ। ਅਤੇ ਇਸੇ ਪ੍ਰੇਮ ਨਾਲ ਹੀ ਪ੍ਰਮਾਤਮਾ ਮਿਲਦਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਕ ਗੱਲ ਹੋਰ ਵੀ ਖਿਆਲ ਵਿੱਚ ਰੱਖਣ ਯੋਗ ਹੈ, ਪ੍ਰੀਤ ਹੀ ਸੰਸਾਰ ਦੇ ਵਿੱਚ ਲਾਇਆ ਸੰਸਾਰ ਦੇ ਨਾਲ ਜੁੜਦਾ ਹੈ, ਅਤੇ ਪ੍ਰੀਤ ਹੀ ਸੰਸਾਰ ਨਾਲ ਟੁੱਟ ਕੇ ਪਰਮਾਤਮਾ ਵੱਲ, ਪ੍ਰਭੂ ਦੇ ਪਿਆਰਿਆਂ ਨਾਲ ਲੱਗਦੀ ਹੈ। ਭਾਵ ਕਿ ਪ੍ਰੇਮ ਹੀ ਬੰਧਨ ਹੈ, ਅਤੇ ਪ੍ਰੇਮ ਹੀ ਮੁਕਤ ਕਰਦਾ ਹੈ। ਜਿਵੇਂ ਸ਼ਬਦ ਹੀ ਬੰਧਨ ਹੈ, ਸ਼ਬਦ ਦੁਆਰਾ ਸੰਸਾਰ ਨਾਲ ਜੁੜੇ ਹੋ, ਅਤੇ ਸ਼ਬਦ ਹੀ ਛੁਟਕਾਰਾ ਕਰਵਾ ਦਿੰਦਾ ਹੈ। ਸ਼ਬਦ ਹੀ ਝੂਠ ਦੇ ਨਾਲ ਜੋੜ ਦਿੰਦੇ ਹਨ। ਸਤਮਈ ਸ਼ਬਦ, ਸਤਪੁਰਖਾਂ ਦੇ ਬਚਨ ਸ਼ਬਦ, ਉਹ ਹੈ ਤੇ ਉਹ ਵੀ ਸ਼ਬਦ ਹੀ, ਤੋਂ ਛੁਟਕਾਰਾ ਕਰਾ ਦਿੰਦੇ। ਇੰਦਾ ਹੀ ਪ੍ਰੀਤ ਹੈ। ਪਰ ਪ੍ਰੀਤ ਏਕ ਸਿਉ ਕੀਏ, ਆਨ ਡੁੱਬਦਾ ਜਾਏ ਤਾਂ ਡੁੱਬਦਾ ਜਾਵੇਗੀ। ਜਿਵੇਂ ਬਾਬੇ ਲਹਿਣੇ ਜੀ ਨੇ ਕਿਹਾ ਹੈ, ਇਹ ਕਨਹਈ ਆਸਕੀ ਦੂਜੇ ਲੱਗੇ ਜਾਏ। ਕਹਿੰਦੇ ਉਹ ਆਸ਼ਕ ਕਿਹੜਾ ਹੈ ਜਿਹੜਾ ਦੂਸਰੀ ਜਗ੍ਹਾ ਲੱਗ ਗਿਆ, ਜਾ ਕੇ ਧਿਆਨ ਦੂਸਰੀ ਜਗ੍ਹਾ ਲੱਗ ਗਿਆ। ਬਾਬੇ ਲਹਿਣੇ ਦਾ ਵਾਕਿਆ 'ਚ ਲੱਗਾ ਹੋਵੇਗਾ ਬਾਬੇ ਨਾਨਕ 'ਚ, ਤਦੇ ਉਹਨਾਂ ਨੇ ਕਿਹਾ ਨਾ ਵੀ ਧਿਆਨ ਦੂਸਰੀ ਜਗ੍ਹਾ ਲੱਗ ਗਿਆ। ਇਹਦਾ ਮਤਲਬ ਪ੍ਰੀਤੀ ਕਿਤੇ ਦੂਸਰੀ ਜਗ੍ਹਾ ਹੈ। ਜਿਵੇਂ
ਕਿਸੇ ਦਾ ਧਿਆਨ ਘਰ ਵਿੱਚ ਰਹਿੰਦਾ ਹੈ ਤੇ ਪ੍ਰੀਤੀ ਘਰ ਵਿੱਚ ਹੈ, ਬੱਚਿਆਂ 'ਚ ਰਹਿੰਦਾ ਹੈ ਤੇ ਬੱਚਿਆਂ ਨਾਲ ਹੈ, ਘਰ ਵਾਲੀ ਦੇ ਵਿੱਚ ਹੈ, ਜਿਹਦੇ ਨਾਲ ਵੀ ਹੈ। ਜਾਂ ਨਫ਼ਰਤ ਹੋ ਸਕਦੀ ਹੈ ਤਾਂ ਵੀ ਧਿਆਨ ਲੱਗਦਾ ਹੈ। ਅਤੇ ਇਸ ਸ਼ਬਦ ਵਿੱਚ ਕਬੀਰ ਜੀ ਕੇਸਾਂ ਬਾਬਤ ਨਹੀਂ ਕਹਿ ਰਹੇ ਹਨ, ਵਾਲਾਂ ਬਾਬਤ। ਉਹ ਇਹ ਕਹਿ ਰਹੇ ਹਨ ਵੀ ਜੈਸਾ ਵੀ ਉਹ ਕਵੇ, ਜਿਹਦੇ ਨਾਲ ਪ੍ਰੀਤ ਪਾਈ ਹੈ ਵੈਸਾ ਹੀ ਕਰ ਲੈਣਾ। ਐਸਾ ਨਾ ਸੋਚਣਾ ਵੀ ਮੈਂ ਐਸਾ ਹੀ ਭੇਖ ਰੱਖੂੰਗਾ। ਜਿਹੜਾ ਐਸਾ ਸੋਚਦਾ ਹੈ ਉਹ ਤਾਂ ਸੰਸਾਰ ਦੇ ਵਿੱਚ ਸਤਿਕਾਰ ਲੋੜਦਾ ਹੈ, ਸੰਸਾਰਿਕ ਲੋਕਾਂ ਕੋਲ ਡਰਦਾ ਹੈ ਵੀ ਲੋਕ ਕੀ ਕਹਿਣਗੇ, ਪੇਸ਼ ਬਦਲ ਲਿਆ। ਅਤੇ ਜਿਹੜਾ ਸੰਸਾਰੀ ਲੋਕਾਂ ਨੂੰ ਡਰਦਾ ਹੈ, ਸੰਸਾਰ ਦੇ ਵਿੱਚ ਉਹਦੀ ਪ੍ਰੀਤ ਹੈ। ਜਿਹਦੀ ਪ੍ਰੀਤ ਹੀ ਨਹੀਂ ਹੈ ਸੰਸਾਰ ਦੇ ਵਿੱਚ, ਉਹ ਡਰੇਗਾ ਕਿਉਂ? ਜੋ ਮਰਜ਼ੀ ਕੋਈ ਕਹੀ ਜਾਵੇ। ਅਤੇ ਜਿਹੜਾ ਸੰਸਾਰ ਨਾਲੋਂ ਪ੍ਰੀਤੀ ਤੋੜਦਾ ਹੈ, ਉਹੀ ਹੀ ਪ੍ਰਭੂ ਪਿਆਰਿਆਂ ਦੇ ਨਾਲ ਪ੍ਰੀਤ ਲਾੜ ਸਕਦਾ ਹੈ। ਅਤੇ ਉਹਨਾਂ ਦੇ ਨਾਲ ਵੀ ਉਹ ਹੀ ਨਿਭਾ ਸਕਦਾ ਹੈ ਜਿਹੜਾ ਮਿਟਣ ਨੂੰ ਤਿਆਰ ਹੈ, ਕਿਉਂਕਿ ਗੁਰੂ ਮਿਟਾਉਂਦਾ ਹੈ। ਗੁਰੂ ਨੇ ਤਲਵਾਰ ਹੱਥ 'ਚ ਫੜੀ ਹੋਈ ਹੈ, ਕਹਿੰਦਾ ਹੈ ਆਓ ਜਿੰਨੇ ਮਿਟਣਾ ਹੈ। ਅਤੇ ਜਿਹੜੇ ਮਿਟਣ ਨੂੰ ਤਿਆਰ ਸਨ, ਪਰਵਾਨੇ ਸਨ, ਦੀਵਾਨੇ ਸਨ, ਉਹ ਹੀ ਆਏ ਸਨ। ਅਤੇ ਪ੍ਰੇਮ ਵੀ ਭਸਮਾ ਭੂਤ ਕਰ ਦਿੰਦਾ ਹੈ, ਪ੍ਰੇਮ ਇੱਕ ਅਗਨ ਹੈ। ਅਤੇ ਇਹ ਪੁੱਛਿਆ ਹੈ ਗੁਰਸਰਨ ਸਿੰਘ ਨੇ, ਅਤੇ ਮੈਂ ਉਹਨਾਂ ਨੂੰ ਕਹਿੰਦਾ ਹਾਂ ਵੀ ਤੁਸੀਂ ਆਪਣੇ ਨਾਮ ਵੱਲ ਖਿਆਲ ਰੱਖੋ। ਗੁਰੂ ਦੀ ਸਰਨ ਆਵੇ ਤਿਸ ਕੰਠ ਲਾਵੇ, ਬਿਰਧ ਸੁਆਮੀ ਸੰਦਾ। ਉਹਦਾ ਬਿਰਧ ਹੈ, ਉਹ ਕੰਠ ਲਾਉਂਦਾ ਹੈ। ਅਤੇ ਜਿਹੜਾ ਮਿਟਣ ਨੂੰ ਤਿਆਰ ਹੈ ਸੰਸਾਰ ਵੱਲੋਂ, ਉਹ ਹੀ ਉਹਨਾਂ ਦੇ ਕੰਠ ਦੇ ਨਾਲ ਲੱਗਦਾ ਹੈ। ਕਿਉਂਕਿ ਜੈਸੇ ਦੇ ਨਾਲ ਤੁਸੀਂ ਮਿੱਤਰਤਾਈ ਕਰੋਗੇ, ਇਹੋ ਹੀ ਸਤਸੰਗਤ ਦਾ ਅਰਥ, ਵੈਸਾ ਹੀ ਰੰਗ ਚੜ੍ਹੇਗਾ।